ਸੋ ਅੱਜ ਤੋਂ ਅਸੀਂ ਇੰਗਲਿਸ਼ ਗ੍ਰਾਮਰ ਦੇ ਵਿੱਚ ਪ੍ਰੈਪੋਜੀਸ਼ਨਸ ਦੀਆਂ ਵੀਡੀਓਜ਼ ਦੀ ਸਟਾਰਟਿੰਗ ਕਰਦੇ ਹਾਂ। ਸੋ ਇਹ ਪਾਰਟ 1 ਆ। ਪ੍ਰੈਪੋਜੀਸ਼ਨਸ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਆ ਕਿਉਂਕਿ ਇਹਨਾਂ ਦੇ ਬੇਸ ਉੱਤੇ ਕਾਫੀ ਸੈਂਟੈਂਸਸ ਦੀ ਜਿਹੜੀ ਆ ਉਹ ਇਨਕਰੈਕਟ ਸੈਂਟੈਂਸਸ ਹੋ ਜਾਂਦੇ ਆ। ਠੀਕ ਹੈ, ਸੋ ਫਸਟ ਹੁਣ ਦੇਖਦੇ ਹਾਂ ਪ੍ਰੈਪੋਜੀਸ਼ਨ ਕਿੱਦਾਂ ਦੀਆਂ ਹੁੰਦੀਆਂ, ਕਿਹੜੀ ਤਰੀਕੇ ਦੀਆਂ ਹੁੰਦੀਆਂ। ਸੋ ਪ੍ਰੈਪੋਜੀਸ਼ਨਸ ਜਿਹੜੀਆਂ ਉਹ ਕਾਫੀ ਤਰ੍ਹਾਂ ਦੀਆਂ ਹੁੰਦੀਆਂ। ਫੋਰ ਐਗਜ਼ਾਮਪਲ ਔਨ, ਅੰਡਰ, ਇਨ, ਐਟ, ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਪ੍ਰੈਪੋਜੀਸ਼ਨਸ ਹੁੰਦੀਆਂ। ਅਬਵ, ਅੰਡਰ ਵੀ ਆ ਜਾਂਦੀਆਂ। ਠੀਕ ਹੈ, ਇਹਨਾਂ ਦੇ ਵਿੱਚ ਹੁਣ ਇਹਨਾਂ ਨੂੰ ਆਪਾਂ ਕਰਦੇ ਜਾਵਾਂਗੇ। ਸੋ ਫਸਟ ਦੇਖਦੇ ਹਾਂ ਕੀ ਆ ਕਿ ਪ੍ਰੈਪੋਜੀਸ਼ਨ ਜਿਹੜੀ ਆ, ਪ੍ਰੈਪੋਜੀਸ਼ਨ ਦੇ ਵਿੱਚ ਕੀ ਆਉਂਦਾ ਹੈ। ਪ੍ਰੈਪੋਜੀਸ਼ਨ ਅਸੀਂ ਨਾਊਨ ਜਾਂ ਪ੍ਰੋਨਾਊਨ ਤੋਂ ਅੱਗੇ ਯੂਜ਼ ਕਰਦੇ ਹਾਂ। ਠੀਕ ਹੈ, ਸੋ ਇਹਦੇ ਵਿੱਚ ਹੁਣ ਇੱਕ ਐਗਜ਼ਾਮਪਲ ਦੇਖਦੇ ਹਾਂ। ਦੇਰ ਇਜ਼ ਏ ਕੈਟ ਸਿਟਿੰਗ ਅੰਡਰ ਦਾ ਟੇਬਲ। ਹੁਣ ਟੇਬਲ ਜਿਹੜਾ ਆ ਇੱਕ ਨਾਊਨ ਆ। ਠੀਕ ਹੈ, ਅੰਡਰ ਜਿਹੜੀ ਆ ਇਹਦੇ ਵਿੱਚ ਪ੍ਰੈਪੋਜੀਸ਼ਨ ਆ। ਪ੍ਰੈਪੋਜੀਸ਼ਨ ਜਾਂ ਆਪਾਂ ਟੇਬਲ ਦੇ ਅੱਗੇ ਯੂਜ਼ ਕਰਨੀ ਹੈ, ਨਾਊਨ ਦੇ ਅੱਗੇ ਯੂਜ਼ ਕਰਨੀ ਹੈ। ਸੋ ਇਹਦੀ ਇੱਕ ਹੋਰ ਐਗਜ਼ਾਮਪਲ ਆ, ਆਈ ਗੋ ਟੂ ਦਾ ਸਕੂਲ ਬਾਈ ਬੱਸ। ਮੈਂ ਬੱਸ ਦੁਆਰਾ ਸਕੂਲ ਜਾਂਦਾ ਹਾਂ। ਠੀਕ ਹੈ, ਦੇਖੋ ਹੁਣ ਬੱਸ ਇਹਦੇ ਵਿੱਚ ਨਾਊਨ ਆ, ਇਹਦੇ ਅੱਗੇ ਯੂਜ਼ ਕਰਦੇ ਆ। ਨਾਊਨ ਜਾਂ ਪ੍ਰੋਨਾਊਨ ਕੋਈ ਵੀ ਇੱਥੇ ਹੋ ਸਕਦਾ ਹੈ। ਸੋ ਅੱਗੇ ਇਹਦੇ ਵਿੱਚ ਕੀ ਆਉਂਦੀ ਆ, ਬਟ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕਿ ਨਾਊਨ ਜਾਂ ਪ੍ਰੋਨਾਊਨ ਦੇ ਅੱਗੇ ਹੀ ਯੂਜ਼ ਕਰਨੀ ਹੈ। ਕਈ ਕੇਸਾਂ ਦੇ ਵਿੱਚ ਜਿਹੜੇ ਆ 80% ਕੇਸ ਵੈਸੇ ਇੱਦਾਂ ਦੇ ਹੁੰਦੇ ਆ ਕਿ ਅਸੀਂ ਅੱਗੇ ਹੀ ਯੂਜ਼ ਕਰਦੇ ਹਾਂ ਪ੍ਰੈਪੋਜੀਸ਼ਨ। ਬਟ ਕਈ ਕੇਸਾਂ ਦੇ ਵਿੱਚ ਜਿਵੇਂ ਕਿ 20% ਕੇਸਿਸ ਦੇ ਵਿੱਚ ਅਸੀਂ ਜਿਹੜੀ ਹੈ ਪ੍ਰੈਪੋਜੀਸ਼ਨ ਉਹ ਨਾਊਨ ਤੋਂ ਪਿੱਛੇ ਵੀ ਯੂਜ਼ ਕਰਦੇ ਹਾਂ। ਠੀਕ ਹੈ, ਸੋ ਇਹਦੀ ਐਗਜ਼ਾਮਪਲ ਆ, ਹੂ ਵਾਜ਼ ਹੀ ਟਾਕਿੰਗ ਟੂ। ਠੀਕ ਹੈ, ਇੱਥੇ ਟੂ ਜਿਹੜੀ ਆ ਪ੍ਰੈਪੋਜੀਸ਼ਨ ਆ, ਇਹ ਦੇਖੋ ਅਸੀਂ ਨਾਊਨ ਤੋਂ ਬਾਅਦ ਵਿੱਚ ਯੂਜ਼ ਕੀਤੀ ਹੋਈ ਆ। ਸੋ ਇਹ ਅੱਗੇ ਦੇਖਦੇ ਹਾਂ, ਹੀ ਡਜ਼ ਨਾਟ ਹੈਵ ਅ ਪੈਨ ਟੂ ਰਾਈਟ ਵਿਦ। ਹੁਣ ਦੇਖੋ ਰਾਈਟ ਵਿਦ, ਇਹਦੇ ਵਿੱਚ ਹੁਣ ਆਪਾਂ ਪ੍ਰੈਪੋਜੀਸ਼ਨ ਜਿਹੜੀ ਆ ਉਹ ਅਖੀਰ ਦੇ ਉੱਤੇ ਯੂਜ਼ ਕੀਤੀ ਹੈ। ਠੀਕ ਹੈ ਜੀ, ਇਹ ਸਾਰੀਆਂ ਐਗਜ਼ਾਮਪਲ ਸੀਗੀ ਆਪਾਂ ਅੱਗੇ ਜਾਂ ਪਿੱਛੇ ਕਿਸ ਤਰੀਕੇ ਨਾਲ ਅਸੀਂ ਪ੍ਰੈਪੋਜੀਸ਼ਨ ਯੂਜ਼ ਕਰਨੀ ਆ ਅਕੋਰਡਿੰਗ ਟੂ ਦਾ ਸਿਚੁਏਸ਼ਨ। ਹੁਣ ਦੇਖੋ ਇੱਕ ਟੈਸਟ ਮੈਂ ਇੱਥੇ ਲਿਖਿਆ ਹੋਇਆ ਆ, 6 ਸੈਂਟੈਂਸਸ ਆ, ਫਿਲ ਇਨ ਦੀ ਬਲੈਂਕਸ ਆ। ਤੁਸੀਂ ਇੱਥੇ ਪ੍ਰੈਪੋਜੀਸ਼ਨਸ ਫਿਲ ਆਊਟ ਕਰਨੀਆਂ। ਸਭ ਤੋਂ ਪਹਿਲਾਂ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਲਓ। ਠੀਕ ਹੈ ਜੀ, ਸਕਰੀਨਸ਼ਾਟ ਲੈ ਕੇ ਪਹਿਲਾਂ ਆਪ ਟਰਾਈ ਕਰੋ ਕਿਹੜੀ ਪ੍ਰੈਪੋਜੀਸ਼ਨ ਇੱਥੇ ਖਾਲੀ ਜਗ੍ਹਾ ਦੇ ਵਿੱਚ ਆਊਗੀ। ਸੋ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ, ਆਈ ਲੈਫਟ ਮਾਈ ਵਾਲਟ ਡੈਸ਼ ਹੋਮ। ਆਈਲ ਮੀਟ ਯੂ ਦੇਅਰ ਡੈਸ਼ 5 ਮਿੰਟਸ। ਇੱਥੇ ਸਾਰੀਆਂ ਪ੍ਰੈਪੋਜੀਸ਼ਨਸ ਹੀ ਫਿਲ ਆਊਟ ਹੋਣੀਆਂ। ਹੂ ਵਾਜ਼ ਦੈਟ ਡੈਸ਼ ਦਾ ਡੋਰ। ਹੀ ਵਿਲ ਗੋ ਦੇਅਰ ਡੈਸ਼ ਟਮੋਰੋ। ਆਈ ਗੋ ਟੂ ਸਕੂਲ ਡੈਸ਼ ਫੁੱਟ। ਆਈ ਰੀਚਡ ਦਿੱਲੀ ਐਟ ਡੈਸ਼ 7 o'clock। ਠੀਕ ਹੈ, ਇਹ ਸਾਰੀਆਂ ਆਪਾਂ ਪ੍ਰੈਪੋਜੀਸ਼ਨਸ ਫਿਲ ਕਰਨੀਆਂ। ਤੁਸੀਂ ਸਕਰੀਨਸ਼ਾਟ ਲੈ ਕੇ ਫਿਲ ਕਰ ਸਕਦੇ ਆ। ਸੋ ਹੁਣ ਦੇਖੋ ਆਪਾਂ ਇਹਦੇ ਵਿੱਚ ਪ੍ਰੈਪੋਜੀਸ਼ਨ ਫਿਲ ਕਰਦੇ ਕਿਹੜੀ ਫਿਲ ਹੋਣੀ ਆ। ਆਈ ਲੈਫਟ ਮਾਈ ਵਾਲਟ ਡੈਸ਼ ਹੋਮ। ਹੁਣ ਜਦੋਂ ਹੋਮ ਆ ਗਿਆ ਤਾਂ ਇਹਦੇ ਮੂਹਰੇ ਐਟ ਆਉਣਾ। ਜੇ ਇੱਥੇ ਹਾਊਸ ਹੁੰਦਾ ਫਿਰ ਆਪਾਂ ਅਲੱਗ ਪ੍ਰੈਪੋਜੀਸ਼ਨ ਯੂਜ਼ ਕਰਨੀ ਸੀ। ਜੇ ਹੋਮ ਆ ਤਾਂ ਇੱਥੇ ਅਸੀਂ ਐਟ ਹੀ ਯੂਜ਼ ਕਰਨਾ। ਠੀਕ ਹੈ, ਇੱਥੇ ਐਟ ਪ੍ਰੈਪੋਜੀਸ਼ਨ ਆ ਗਈ ਆ। ਸੋ ਨੈਕਸਟ ਦੇਖਦੇ ਹਾਂ, I shall meet you there dash 5 minutes। ਹੁਣ ਇੱਥੇ ਕੀ ਆਊਗਾ, 5 ਮਿੰਟਸ ਆ ਤਾਂ ਇਨ ਇੱਥੇ ਪ੍ਰੈਪੋਜੀਸ਼ਨ ਯੂਜ਼ ਹੋਣੀ ਹੈ, ਇਨ 5 ਮਿੰਟਸ। ਸੋ ਨੈਕਸਟ ਦੇਖੋ, who was that dash the door। ਇਸ ਜਗ੍ਹਾ ਦੇ ਉੱਤੇ ਅਸੀਂ ਕੀ ਆਊਗਾ, on the door। ਠੀਕ ਹੈ, ਸੋ ਨੈਕਸਟ ਦੇਖੋ, ਨੈਕਸਟ ਬਹੁਤ ਇੰਪੋਰਟੈਂਟ ਹੈ, he will go there dash tomorrow। ਸੋ ਇੱਥੇ ਪ੍ਰੈਪੋਜੀਸ਼ਨ ਕੀ ਆਊਗੀ। ਇੱਥੇ ਬਹੁਤ ਸਾਰੇ ਲੋਕ ਜਿਹੜੇ ਆ ਪ੍ਰੈਪੋਜੀਸ਼ਨ ਸਟੂਡੈਂਟ ਔਨ ਲਗਾ ਦਿੰਦੇ ਆ ਜਾਂ ਇਨ ਲਗਾ ਦਿੰਦੇ ਆ ਜਾਂ ਐਟ ਲਗਾ ਦਿੰਦੇ ਆ, ਕੋਈ ਵੀ ਪ੍ਰੈਪੋਜੀਸ਼ਨ ਯੂਜ਼ ਕਰਦੇ ਆ। ਬਟ ਮੇਰੇ ਦੋਸਤੋ ਇੱਥੇ ਕੋਈ ਵੀ ਪ੍ਰੈਪੋਜੀਸ਼ਨ ਨਹੀਂ ਆਊਗੀ। ਠੀਕ ਹੈ, ਇਹ ਜਿਹੜੀ ਜਗ੍ਹਾ ਹੈ ਹੀ ਵਿਲ ਗੋ ਦੇਅਰ ਟਮੋਰੋ, ਇਹ ਆਪਣੇ ਆਪ ਦੇ ਵਿੱਚ ਹੀ ਕੰਪਲੀਟ ਸੈਂਟੈਂਸ ਹੈ। ਇੱਥੇ ਕੋਈ ਵੀ ਪ੍ਰੈਪੋਜੀਸ਼ਨ ਨਹੀਂ ਆਊਗੀ, ਇਸੇ ਕਰਕੇ ਮੈਂ ਇੱਥੇ ਲਿਖਿਆ ਸੀਗਾ। ਹੁਣ ਦੇਖ ਲਓ ਵੀ ਜਿਹੜਾ ਟਮੋਰੋ ਆ ਉਹ ਤੋਂ ਅੱਗੇ, ਉਹ ਤੋਂ ਪਹਿਲਾਂ ਕੋਈ ਵੀ ਪ੍ਰੈਪੋਜੀਸ਼ਨ ਦਾ ਯੂਜ਼ ਨਹੀਂ ਹੁੰਦਾ। ਇਹ ਹਮੇਸ਼ਾ ਚੇਤੇ ਰੱਖਿਓ ਗੱਲ ਦਾ। ਠੀਕ ਹੈ, ਸੋ ਅੱਗੇ ਵੀ ਕਾਫੀ ਅਸੀਂ ਇੱਦਾਂ ਦੇ ਵਰਡਸ ਜਾਂ ਸਿਚੁਏਸ਼ਨਸ ਦੇਖਾਂਗੇ ਜਿੱਥੇ ਕੋਈ ਵੀ ਪ੍ਰੈਪੋਜੀਸ਼ਨ ਯੂਜ਼ ਨਹੀਂ ਹੁੰਦੀ। ਠੀਕ ਹੈ, ਸੋ ਉਹਦੇ ਲਈ ਵੀਡੀਓ ਪੂਰੀ ਦੇਖਿਓ। ਸੋ ਨੈਕਸਟ ਸੈਂਟੈਂਸ ਹੈਗਾ ਸਾਡਾ, ਆਈ ਗੋ ਟੂ ਸਕੂਲ ਡੈਸ਼ ਫੁੱਟ। ਹੁਣ ਇੱਥੇ ਵੀ ਪਹਿਲਾਂ ਵੀ ਆਪਾਂ ਇਸ ਤਰੀਕੇ ਦਾ ਇੱਕ ਸੈਂਟੈਂਸ ਕੀਤਾ ਸੀ, ਆਈ ਗੋ ਟੂ ਸਕੂਲ ਬਾਈ ਬੱਸ। ਹੁਣ ਇੱਥੇ ਕਈ ਸਟੂਡੈਂਟ ਨੇ ਕੀ ਕਰਨਾ, ਆਈ ਗੋ ਟੂ ਸਕੂਲ ਬਾਈ ਫੁੱਟ। ਬਾਈ ਫੁੱਟ ਨਹੀਂ ਹੁੰਦਾ, ਔਨ ਫੁੱਟ ਹੁੰਦਾ। ਠੀਕ ਹੈ, ਇੱਥੇ ਔਨ ਦਾ ਯੂਜ਼ ਹੋਣਾ। ਠੀਕ ਹੈ, ਬੱਸ ਜਿਹੜੀ ਸੀ ਬੱਸ ਦੁਆਰਾ ਸਕੂਲ ਜਾਂਦੇ ਆ, ਫੁੱਟ ਜਿਹੜੇ ਫੁੱਟ ਦੇ ਉੱਤੇ ਤੁਰ ਕੇ ਜਾਂ ਚੱਲ ਕੇ ਉਹਨਾਂ ਦੇ ਉੱਤੇ ਸਕੂਲ ਜਾਂਦੇ, ਇਸ ਕਰਕੇ ਇੱਥੇ ਔਨ ਲੱਗਣਾ ਹੈ। ਸੋ ਜਦੋਂ ਆਈ ਰੀਚਡ ਦਿੱਲੀ ਡੈਸ਼ 7 o'clock, ਜਦੋਂ ਆਪਣੇ ਕੋਲ ਐਗਜ਼ੈਕਟ ਟਾਈਮ ਹੋ ਗਿਆ ਨਾ 7 o'clock, ਤਾਂ ਇੱਥੇ ਸਾਡੇ ਕੋਲ ਪ੍ਰੈਪੋਜੀਸ਼ਨ ਐਟ ਆਊਗੀ। ਠੀਕ ਹੈ, ਆਈ ਰੀਚ ਦਿੱਲੀ ਐਟ 7 o'clock। ਸੋ ਇਹ ਸਾਰੀਆਂ ਸੀ। ਹੁਣ ਤੁਸੀਂ ਆਪਣੇ ਆਪ ਨੂੰ ਜੱਜ ਕਰ ਸਕਦੇ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਆ ਜਦੋਂ ਪ੍ਰੈਪੋਜੀਸ਼ਨਸ ਦੇ ਫਿਲ ਆਊਟ ਕਰਦੇ ਆ। ਠੀਕ ਹੈ, ਨੈਕਸਟ ਦੇਖਦੇ ਹੁਣ। ਨੈਕਸਟ ਐਗਜ਼ਾਮਪਲ ਹੈਗੀ, ਜਦੋਂ ਵੀ ਹੁਣ ਦੇਖਦੇ ਵੀ ਇਨ, ਐਟ ਜਾਂ ਔਨ ਕਿੱਥੇ ਆਪਣਾ ਯੂਜ਼ ਹੁੰਦਾ ਹੈ। ਜਦੋਂ ਕੋਈ ਵੀ ਸਾਡੇ ਕੋਲ ਐਗਜ਼ੈਕਟ ਟਾਈਮ ਹੋਵੇ ਆਵਰਸ ਦੇ ਵਿੱਚ। ਹੁਣ ਆਪਾਂ
ਜਿਹੜੀ ਆ ਐਗਜ਼ਾਮਪਲ ਹੈ ਕਿ ਇਹਦੇ ਨਾਲ ਦੀ ਹੁਣੇ ਹੀ ਪੜ੍ਹੀ ਆ। ਇੱਥੇ ਕੀ ਲੱਗਦਾ, ਇੱਥੇ ਐਟ ਯੂਜ਼ ਹੁੰਦਾ, ਜਿਵੇਂ ਕਿ ਆਪਣੇ ਕੋਲ ਹੋ ਗਿਆ ਕੋਈ ਵੀ 7 o'clock 8 o'clock ਇਸ ਤਰੀਕੇ ਦਾ ਟਾਈਮ ਸਾਡੇ ਕੋਲ ਹੋਵੇ ਤਾਂ ਐਟ ਪ੍ਰੈਪੋਜੀਸ਼ਨ ਯੂਜ਼ ਹੁੰਦੀ ਹੈ ਪਹਿਲਾਂ ਟਾਈਮ ਤੋਂ। ਸੋ ਨੈਕਸਟ ਹੈਗਾ ਮੰਥ। ਮੰਥ ਦੇ ਲਈ ਅਸੀਂ ਪ੍ਰੈਪੋਜੀਸ਼ਨ ਯੂਜ਼ ਕਰਦੇ ਹਾਂ ਇਨ, ਠੀਕ ਹੈ ਜੀ। ਈਅਰ, ਈਅਰ ਦੇ ਲਈ 2010 11 12 ਜੋ ਵੀ ਹੋਇਆ ਉੱਥੇ ਵੀ ਅਸੀਂ ਪ੍ਰੈਪੋਜੀਸ਼ਨ ਯੂਜ਼ ਕਰਦੇ ਹਾਂ ਇਨ। ਜਦੋਂ ਸਾਡੇ ਕੋਲ ਐਗਜ਼ੈਕਟ ਡੇ ਹੋਵੇ ਮੰਡੇ ਟਿਊਜ਼ਡੇ ਵੈਡਨਸਡੇ ਜਾਂ ਜੋ ਵੀ ਆ, ਸੋ ਉੱਥੇ ਅਸੀਂ ਕੀ ਕਵਾਂਗੇ ਔਨ, ਜਿਵੇਂ ਕਿ ਔਨ ਟਿਊਜ਼ਡੇ ਔਨ ਵੈਡਨਸਡੇ, ਠੀਕ ਹੈ, ਇਹ ਔਨ ਲੱਗੂਗਾ ਆਪਣੇ ਕੋਲ। ਜਦੋਂ ਡੇਟ ਹੈ ਸਾਡੇ ਕੋਲ ਡੇਟ ਦੇ ਨਾਲ ਵੀ ਔਨ ਹੀ ਲੱਗੂਗਾ, ਠੀਕ ਹੈ। ਇਹ ਸਾਰੀਆਂ ਪ੍ਰੈਪੋਜੀਸ਼ਨ ਸੀਗੀਆਂ, ਕਿੱਦਾਂ ਲੱਗਦੀਆਂ ਹੁਣ ਦੇਖੋ, ਇਹਨਾਂ ਨੂੰ ਫਿਲ ਕਰਦੇ ਆ ਕਿ ਕਿਵੇਂ ਕਿਵੇਂ ਲੱਗਣੀ ਆ ਆਪਣੇ ਕੋਲ। ਸੋ ਪ੍ਰੈਪੋਜੀਸ਼ਨਸ ਦੇ ਵਿੱਚ ਕੀ ਸੀ, ਜਦੋਂ ਮਈ ਆ, ਮਈ ਇੱਕ ਮੰਥ ਆ, ਠੀਕ ਹੈ, ਮਈ ਦੇ ਨਾਲ ਲੱਗੂਗਾ ਸਾਡੇ ਕੋਲ ਇਨ, ਠੀਕ ਹੈ, ਇਨ ਮਈ। ਜਦੋਂ ਮੰਡੇ ਆ ਤਾਂ ਔਨ ਮੰਡੇ, ਠੀਕ ਹੈ। ਹੁਣ ਸਾਡੇ ਕੋਲ ਇੱਕ ਈਅਰ ਦਿੱਤਾ, ਐਗਜ਼ੈਕਟ ਈਅਰ ਦਿੱਤਾ, ਇੱਥੇ ਇਨ ਲੱਗੂਗਾ, ਇਨ 2010, ਠੀਕ ਹੈ। ਅਤੇ ਹੁਣ ਅੱਗੇ ਸੀਗੀ ਸਾਡੇ ਕੋਲ 8 ਨਵੰਬਰ, 8 ਨਵੰਬਰ ਦੇ ਵਿੱਚ ਸਾਡੇ ਕੋਲ ਲੱਗੂਗਾ ਔਨ, ਠੀਕ ਹੈ, ਡੇਟ ਦੇ ਨਾਲ ਮੋਰੇ ਔਨ ਲੱਗਦਾ ਹੈ। ਜਦੋਂ ਸਾਡੇ ਕੋਲ ਹੁਣ ਟਾਈਮ ਹੈ, ਟਾਈਮ ਦੇ ਨਾਲ ਕੀ ਲੱਗੂਗਾ ਐਟ 9 o'clock। ਸੋ ਇਹ ਸਾਰੀਆਂ ਸੀਗੀਆਂ ਔਨ, ਐਟ ਜਾਂ ਜੋ ਵੀ ਜਿੱਦਾਂ ਵੀ ਆਪਣੇ ਕੋਲ ਟਾਈਮ ਹੁੰਦਾ ਉਹਦੇ ਅਕੋਰਡਿੰਗਲੀ ਆਪਾਂ ਕਿੱਦਾਂ ਯੂਜ਼ ਕਰਦੇ ਹਾਂ। ਸੋ ਨੈਕਸਟ ਦੇਖਦੇ ਹਾਂ, ਨੈਕਸਟ ਪ੍ਰੈਪੋਜੀਸ਼ਨਸ ਹੈਗੀਆਂ ਇਨ ਅਤੇ ਐਟ। ਸੋ ਇਹਨਾਂ ਦੇ ਵਿੱਚ ਕਾਫੀ ਸਾਰਾ ਜਿਹੜਾ ਆ ਉਹ ਕਨਫਿਊਜ਼ਨ ਹੋ ਜਾਂਦੀ ਆ। ਸੋ ਇਹਨੂੰ ਕਲੈਰੀਫਾਈ ਕਰਦੇ ਹਾਂ। ਦੇਖੋ ਇਨ ਅਸੀਂ ਉੱਥੇ ਯੂਜ਼ ਕਰਦੇ ਹਾਂ, ਇਨ ਕਦੋਂ ਯੂਜ਼ ਹੁੰਦਾ, ਜਦੋਂ ਆਪਾਂ ਕਿਸੇ ਵੱਡੀ ਜਗ੍ਹਾ ਦੀ ਗੱਲ ਕਰਦੇ ਹਾਂ, ਬਿਗ ਪਲੇਸ ਦੀ ਆਪਾਂ ਗੱਲ ਕਰਦੇ ਹਾਂ। ਸੋ ਇਨ ਰੈਫਰਸ ਟੂ ਟਾਊਨ, ਸਿਟੀ ਜਾਂ ਕੰਟਰੀ ਦੀ ਕਿਸੇ ਦੀ ਗੱਲ ਕਰਦੇ ਹਾਂ ਜਾਂ ਵੱਡੀ ਜਗ੍ਹਾ ਦੀ ਗੱਲ ਕਰਦੇ ਹਾਂ ਤਾਂ ਉੱਥੇ ਆਪਾਂ ਇਨ ਯੂਜ਼ ਕਰਦੇ ਹਾਂ। ਐਟ ਕਿੱਥੇ ਹੁੰਦਾ ਯੂਜ਼, ਐਟ ਅਸੀਂ ਜਦੋਂ ਵੀ ਕੰਪੈਰੇਟਿਵਲੀ ਸਮੋਲਰ ਸਪੇਸ ਦੀ ਗੱਲ ਕਰਦੇ ਹਾਂ, ਜਿਵੇਂ ਕਿ ਹੁਣ ਇੱਕ ਦਿੱਲੀ ਇੱਕ ਬਹੁਤ ਵੱਡਾ ਸ਼ਹਿਰ ਆ ਅਤੇ ਉਹਦੇ ਵਿੱਚ ਕੋਈ ਆਦਰਸ਼ ਨਗਰ ਆ, ਉਹ ਛੋਟਾ ਹੈ, ਛੋਟੀ ਜਗ੍ਹਾ ਆ। ਸੋ ਹੁਣ ਅਸੀਂ ਕਿੱਦਾਂ ਯੂਜ਼ ਕਰਾਂਗੇ, ਸੈਂਟੈਂਸ ਅਸੀਂ ਕਿੱਦਾਂ ਬਣਾਵਾਂਗੇ। ਸੋ ਹੀ ਲਿਵਸ ਐਟ ਆਦਰਸ਼ ਨਗਰ ਇਨ ਦਿੱਲੀ। ਹੁਣ ਦੇਖੋ ਦਿੱਲੀ ਦੇ ਮੂਹਰੇ ਇਨ ਲੱਗਾ ਬਟ ਆਦਰਸ਼ ਨਗਰ ਦੇ ਮੂਹਰੇ ਐਟ ਲੱਗਾ, ਕਿਉਂਕਿ ਆਦਰਸ਼ ਨਗਰ ਇੱਕ ਸਮੋਲਰ ਸਪੇਸ ਹੈ ਕੰਪੈਰੇਟਿਵਲੀ ਦਿੱਲੀ ਇੱਕ ਵੱਡੀ ਜਗ੍ਹਾ ਹੈ, ਠੀਕ ਹੈ। ਸੋ ਅੱਗੇ ਜੇ ਅਸੀਂ ਇਕੱਲਾ ਕਵਾਂਗੇ ਹੀ ਲਿਵਸ ਇਨ ਦਿੱਲੀ, ਇਕੱਲਾ ਹੀ ਲਿਵਸ ਇਨ ਦਿੱਲੀ ਤਾਂ ਇਕੱਲਾ ਹੀ ਆ ਜਾਊਗਾ ਇਸ ਤਰੀਕੇ ਨਾਲ। ਸੋ ਇਹ ਸਾਰੇ ਸੈਂਟੈਂਸਸ ਇਸ ਤਰੀਕੇ ਨਾਲ ਬਣਨੇ ਆ, ਇਹ ਵੀ ਇੱਕ ਐਗਜ਼ਾਮਪਲ ਆ। ਸੋ ਹੁਣ ਨੈਕਸਟ ਦੇਖ ਲੈਂਦੇ ਕਿ ਐਟ ਜਿਹੜੀ ਆ ਉਹ ਕਿਹੜੀ ਸਿਚੁਏਸ਼ਨ ਦੇ ਵਿੱਚ ਯੂਜ਼ ਹੁੰਦਾ, ਜਦੋਂ ਅਕੋਰਡਿੰਗ ਟੂ ਟਾਈਮ ਦੀ ਗੱਲ ਕੀਤੀ ਜਾਂਦੀ ਹੈ, ਠੀਕ ਹੈ। ਐਟ ਜਿਹੜਾ ਹੁਣ ਜਦੋਂ ਡਾਨ ਦਾ ਮਤਲਬ ਹੁੰਦਾ ਜਦੋਂ ਬਿਲਕੁਲ ਸਵੇਰਾ ਹੋਵੇ, ਠੀਕ ਹੈ, ਸੂਰਜ ਚੜ੍ਹਨ ਹੀ ਵਾਲਾ ਹੋਵੇ ਤਾਂ ਉਹਨੂੰ ਕਹਿੰਦੇ ਡਾਨ, ਉੱਥੇ ਵੀ ਐਟ ਯੂਜ਼ ਹੁੰਦਾ। ਡਸਕ ਜਦੋਂ ਸੂਰਜ ਛੁਪ ਜਾਂਦਾ ਹੈ ਬਟ ਰਾਤ ਨਹੀਂ ਹੋਈ ਹੁੰਦੀ, ਉੱਥੇ ਵੀ ਐਟ ਯੂਜ਼ ਹੁੰਦਾ। ਡੇ ਬ੍ਰੇਕ, ਇਹ ਸਾਰੀ ਜਗ੍ਹਾ ਦੇ ਉੱਤੇ ਐਟ ਹੀ ਯੂਜ਼ ਹੋਣਾ, ਠੀਕ ਹੈ। ਐਟ ਸਨਸੈਟ, ਐਟ ਨੂਨ, ਐਟ ਸਨਸੈਟ, ਐਟ ਨੂਨ, ਐਟ ਨਾਈਟ ਅਤੇ ਐਟ ਮਿਡਨਾਈਟ, ਇਹ ਸਾਰੀਆਂ ਜਗ੍ਹਾ ਦੇ ਉੱਤੇ ਐਟ ਦਾ ਯੂਜ਼ ਹੀ ਹੋਣਾ। ਇਹਨਾਂ ਨੂੰ ਵੀ ਤੁਸੀਂ ਸਕਰੀਨਸ਼ਾਟ ਲੈ ਲਓ ਜਾਂ ਆਪਣੀ ਨੋਟਬੁੱਕ ਦੇ ਵਿੱਚ ਨੋਟ ਕਰ ਲਓ, ਠੀਕ ਹੈ। ਸੋ ਨੈਕਸਟ ਦੇਖਦੇ ਹਾਂ। ਨੈਕਸਟ ਇਹ ਸਾਡੇ ਕੋਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਇਹ ਉਹ ਵਾਲੇ ਵਰਡ ਆ ਜਿਨ੍ਹਾਂ ਤੋਂ ਪਹਿਲਾਂ ਕੋਈ ਵੀ ਪ੍ਰੈਪੋਜੀਸ਼ਨ ਦਾ ਯੂਜ਼ ਨਹੀਂ ਹੁੰਦਾ, ਠੀਕ ਹੈ। ਇਹਨਾਂ ਨੂੰ ਵੀ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਚੰਗੀ ਤਰ੍ਹਾਂ ਨੋਟ ਕਰ ਲਿਓ। ਟੂਡੇ, ਟਮੋਰੋ, ਯੈਸਟਰਡੇ, ਦਾ ਫੋਲੋਇੰਗ ਡੇ, ਦਾ ਨੈਕਸਟ ਡੇ, ਯੈਸਟਰਡੇ ਈਵਨਿੰਗ, ਯੈਸਟਰਡੇ ਆਫਟਰਨੂਨ, ਲਾਸਟ ਨਾਈਟ, ਦਿਸ ਮੋਰਨਿੰਗ, ਦਿਸ ਆਫਟਰਨੂਨ, ਟੂਨਾਈਟ, ਟਮੋਰੋ ਮੋਰਨਿੰਗ, ਟਮੋਰੋ ਈਵਨਿੰਗ। ਇਹ ਸਾਰੇ ਇੱਦਾਂ ਦੇ ਵਰਡ ਜਾਂ ਟਾਈਮ ਦੀ ਸਿਚੁਏਸ਼ਨ ਹੈ ਜਿਨ੍ਹਾਂ ਦੇ ਨਾਲ ਕੋਈ ਵੀ ਜਿਨ੍ਹਾਂ ਤੋਂ ਪਹਿਲਾਂ ਕੋਈ ਵੀ ਪ੍ਰੈਪੋਜੀਸ਼ਨ ਯੂਜ਼ ਨਹੀਂ ਹੁੰਦੀ, ਇਹਨਾਂ ਤੋਂ ਪਹਿਲਾਂ ਨਹੀਂ ਹੁੰਦੀ। ਆਪਾਂ ਇਸ ਤਰੀਕੇ ਦਾ ਸੈਂਟੈਂਸ ਵੀ ਪਹਿਲਾਂ ਕਰ ਚੁੱਕੇ ਹਾਂ। ਸੋ ਹੁਣ ਦੇਖਦੇ ਹਾਂ ਕਿ ਐਗਜ਼ਾਮਪਲ ਲੈ ਲੈਂਦੇ ਹਾਂ। ਐਗਜ਼ਾਮਪਲ ਹੈਗੀ ਆ ਹੀ ਵਿਲ ਗੋ ਦੇਅਰ ਔਨ ਟਮੋਰੋ। ਸੋ ਇੱਥੇ ਹੁਣ ਗਲਤੀ ਕੀ ਆ, ਔਨ ਦੀ ਗਲਤੀ, ਇੱਥੇ ਔਨ ਨਹੀਂ ਆਉਣਾ ਸੀਗਾ। ਔਨ ਨੂੰ ਕੱਟ ਦੋਗੇ ਤਾਂ ਸੈਂਟੈਂਸ ਤੁਹਾਡਾ ਠੀਕ ਹੋ ਜਾਣਾ। ਹੀ ਵਿਲ ਗੋ ਦੇਅਰ ਟਮੋਰੋ, ਸਿਰਫ ਇੰਨਾ ਹੀ ਸੈਂਟੈਂਸ ਹੈ, ਇਹ ਹੁਣ ਠੀਕ ਹੋ ਗਿਆ। ਸੋ ਦੇ ਅਰਾਈਵਡ ਹੇਅਰ ਔਨ ਲਾਸਟ ਨਾਈਟ। ਹੁਣ ਦੇਖੋ ਲਾਸਟ ਨਾਈਟ ਆਪਾਂ ਪਹਿਲਾਂ ਕੀਤਾ ਨਾ, ਇਹਦੇ ਵਿੱਚ ਲਾਸਟ ਨਾਈਟ ਸੀਗਾ, ਤਾਂ ਇਸ ਲਾਸਟ ਨਾਈਟ ਤੋਂ ਪਹਿਲਾਂ ਵੀ ਪ੍ਰੈਪੋਜੀਸ਼ਨ ਨਹੀਂ ਆਉਣੀ, ਕੋਈ ਵੀ ਨਹੀਂ ਆਉਣੀ ਹੈਗੀ। ਹੀ ਅਰਾਈਵਡ ਹੇਅਰ ਲਾਸਟ ਨਾਈਟ, ਇਸ ਤਰੀਕੇ ਨਾਲ ਇਹਦੀ ਸੈਂਟੈਂਸ ਫਾਰਮੇਸ਼ਨ ਹੋਣੀ ਆ। ਸੋ ਇਹ ਪ੍ਰੈਪੋਜੀਸ਼ਨ ਸੀਗੀਆਂ। ਸੋ ਅੱਗੇ ਦੇਖਦੇ ਹਾਂ। ਅੱਗੇ ਇੱਕ ਹੋਰ ਸਾਡੇ ਕੋਲ ਵਰਡ ਆ ਜਾਂਦਾ, ਜੇ ਥੋੜ੍ਹਾ ਜਿਹਾ ਵਰਡ ਹੈ ਜਿਨ੍ਹਾਂ ਦੇ ਨਾਲ ਐਟ ਜਾਂ ਇਨ ਪੱਕਾ ਹੀ ਲੱਗਦਾ ਹੈ, ਠੀਕ ਹੈ। ਜਿਵੇਂ ਕਿ ਹੁਣ ਐਟ, ਐਂਗਰੀ ਐਟ, ਹੁਣ ਜਦੋਂ ਐਂਗਰੀ ਐਟ ਲੱਗੂਗਾ ਤਾਂ ਕਿਸੇ ਸਿਚੁਏਸ਼ਨ ਦੇ ਨਾਲ ਲੱਗੂਗਾ, ਐਂਗਰੀ ਐਟ ਸਮਥਿੰਗ।
ਐਂਗਰੀ ਐਟ ਸਮਥਿੰਗ, ਕਿਸੇ ਚੀਜ਼ ਦੇ ਉੱਤੇ ਕਿਸੇ ਬੰਦੇ ਨੂੰ ਗੁੱਸਾ ਆਇਆ ਤਾਂ ਉਹ ਐਂਗਰੀ ਐਟ ਆਊਗਾ। ਅਗਰ ਕਿਸੇ ਬੰਦੇ ਦੇ ਨਾਲ ਗੁੱਸਾ ਆ, ਅਗਰ ਕਿਸੇ ਪਰਸਨ ਦੇ ਨਾਲ ਗੁੱਸਾ ਆਇਆ ਤਾਂ ਉਹ ਇੱਥੇ ਵਿਦ ਆਊਗਾ, ਠੀਕ ਹੈ, ਫਿਰ ਐਡ ਨਹੀਂ ਹੋਣਾ। ਪਰਸਨ ਜਦੋਂ ਆ ਤਾਂ ਐਂਗਰੀ ਵਿਦ ਆਊਗਾ, ਕੋਈ ਸਿਚੁਏਸ਼ਨ ਹੈ ਸਮਥਿੰਗ ਆ ਤਾਂ ਐਂਗਰੀ ਐਟ ਆਊਗਾ। ਇਸ ਤਰੀਕੇ ਨਾਲ ਸਾਡੇ ਕੋਲ ਸੈਂਟੈਂਸ ਬਣਨਾ। ਨੈਕਸਟ ਦੇਖ ਲੈਂਦੇ ਅਨੋਇਡ, ਅਨੋਇਡ ਐਟ, ਠੀਕ ਹੈ, ਅਨੋਇਡ ਦੇ ਐਟ ਸਮਥਿੰਗ। ਮੰਨ ਲਓ ਜਦੋਂ ਵੀ ਕਿਸੇ ਚੀਜ਼ ਦੇ ਨਾਲ ਜਦੋਂ ਕਿਸੇ ਚੀਜ਼ ਤੋਂ ਅਨੋਏ ਹੋ ਜਾਂਦਾ ਹੈ ਤਾਂ ਉਸ ਜਗ੍ਹਾ ਦੇ ਉੱਤੇ ਅਨੋਇਡ ਐਟ ਲੱਗੂਗਾ, ਠੀਕ ਹੈ। ਨੈਕਸਟ ਕੀ ਆਉਂਦਾ ਸਾਡੇ ਕੋਲ ਅਰਾਈਵਡ ਐਟ, ਅਰਾਈਵਡ ਐਟ ਜਦੋਂ ਕਿਸੇ ਪਲੇਸ ਦੇ ਵਿੱਚ ਪਹੁੰਚਾ, ਠੀਕ ਹੈ, ਕਿਸੇ ਜਗ੍ਹਾ ਤੇ ਪਹੁੰਚੇ ਤਾਂ ਅਰਾਈਵਡ ਐਟ ਆਣਾ ਕਿਸੇ ਛੋਟੀ ਜਗ੍ਹਾ ਤੇ। ਜੇ ਅਸੀਂ ਕਿਸੇ ਦੇਸ਼ ਵਿੱਚ ਪਹੁੰਚੇ, ਮੰਨ ਲਓ ਕੈਨੇਡਾ 'ਚ ਪਹੁੰਚੇ, ਅਰਾਈਵ ਇਨ ਕੈਨੇਡਾ, ਫਿਰ ਇਸ ਤਰੀਕੇ ਨਾਲ ਲੱਗੂਗਾ। ਜੇ ਅਸੀਂ ਕਿਸੇ ਕੰਟਰੀ ਦੀ ਗੱਲ ਕਰ ਰਹੇ ਹਾਂ, ਕਿਸੇ ਕੰਟਰੀ ਦੇ ਲਈ ਅਰਾਈਵ ਇਨ ਆਊਗਾ, ਠੀਕ ਹੈ। ਸੋ ਇੱਕ ਹੋਰ ਦੇਖ ਲੈਂਦੇ ਹਾਂ ਅਡੈਪਟ ਐਟ। ਅਡੈਪਟ ਦੇ ਨਾਲ ਐਟ ਲੱਗੂਗਾ ਜਦੋਂ ਕਿਸੇ ਚੀਜ਼ ਦੀ ਗੱਲ ਕਰ ਰਹੇ ਹਾਂ, ਕਿਸੇ ਚੀਜ਼ ਦੇ ਵਿੱਚ ਜਦੋਂ ਸਾਡਾ ਪਰਫੈਕਸ਼ਨ ਹੋ ਜਾਂਦਾ ਨਾ ਕਿਸੇ ਕੰਮ ਦੇ ਵਿੱਚ ਤਾਂ ਉੱਥੇ ਆਪਾਂ ਅਡੈਪਟ ਐਟ ਲਾਵਾਂਗੇ। ਅਡੈਪਟ ਇਨ ਕਦੋਂ ਯੂਜ਼ ਕਰਾਂਗੇ? ਜਦੋਂ ਮੰਨ ਲਓ ਕਿਸੇ ਵੀ ਫਾਰਮ ਆਫ ਆਰਟ ਦੇ ਵਿੱਚ ਅਡੈਪਟ ਇਨ ਪੇਂਟਿੰਗ ਹੋ ਗਿਆ, ਠੀਕ ਹੈ, ਕਿਸੇ ਵੀ ਫਾਰਮ ਆਫ ਆਰਟ ਦੇ ਵਿੱਚ ਅਸੀਂ ਜਿਹੜੇ ਆ ਪਰਫੈਕਸ਼ਨ ਹੈ ਸਾਡੀ ਤਾਂ ਉੱਥੇ ਆਪਾਂ ਅਡੈਪਟ ਇਨ ਲਾਵਾਂਗੇ। ਇਸ ਤਰੀਕੇ ਦੇ ਸੈਂਟੈਂਸਸ ਆ। ਹੋਰ ਇੱਕ ਦੇਖ ਲੈਂਦੇ ਆ, ਜਿਵੇਂ ਕਿ ਸਿਟਿੰਗ ਇਨ, ਠੀਕ ਹੈ, ਕਿਸੇ ਚੀਜ਼ ਦੇ ਵਿੱਚ ਬੈਠਾ। ਫੋਰ ਐਗਜ਼ਾਮਪਲ ਆਈ ਐਮ ਸਿਟਿੰਗ ਇਨ ਦਾ ਕਾਰ, ਠੀਕ ਹੈ, ਇੱਥੇ ਆਊਗਾ ਕਾਰ। ਜਦੋਂ ਮੈਂ ਕਿਸੇ ਗੱਡੀ ਵਿੱਚ ਬੈਠਾ ਤਾਂ ਆਈ ਐਮ ਸਿਟਿੰਗ ਇਨ ਦਾ ਕਾਰ। ਸੋ ਇਹ ਕੁਛ ਜਿਹੜੇ ਸਾਡੇ ਕੋਲ ਵਰਡ ਸੀਗੇ, ਵਰਬ ਸੀਗੇ ਜਿਨ੍ਹਾਂ ਦੇ ਨਾਲ ਇਨ ਜਾਂ ਐਟ ਲੱਗਦਾ, ਠੀਕ ਹੈ, ਅਕੋਰਡਿੰਗ ਟੂ ਸਿਚੁਏਸ਼ਨ ਹੀ ਲੱਗਦਾ ਹੈ। ਸੋ ਇਹ ਜਿਹੜੀ ਆ ਸਾਡੇ ਕੋਲ ਤੁਸੀਂ ਵੀਡੀਓ ਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ, ਠੀਕ ਹੈ, ਤਾਂ ਕਿ ਹੋਰ ਵੀ ਸਟੂਡੈਂਟਸ ਤੱਕ ਇਹ ਨੌਲੇਜ ਪਹੁੰਚੇ। ਥੈਂਕ ਯੂ।